ਸਤਿ ਸ਼੍ਰੀ ਅਕਾਲ। ਖਬਰ ਖਾਸ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ। ਸਿੱਖ ਧਰਮ ਵਿੱਚ ਲੰਗਰ ਵਰਤਾਉਣ ਦੀ ਸ਼ੁਰੂਆਤ ਗੁਰੂ ਸਾਹਿਬਾਨ ਵੱਲੋਂ ਕੀਤੀ ਗਈ ਸੀ, ਜੋ ਅੱਜ ਤੱਕ ਉਸੇ ਫਲਸਫੇ ਤੇ ਬਦਸਤੂਰ ਜਾਰੀ ਹੈ। ਸੇਵਾ ਦੇ ਮਕਸਦ ਦੇ ਨਾਲ ਵਰਤਾਏ ਜਾਂਦੇ ਇਸ ਲੰਗਰ ਨੂੰ ਟੈਕਸ ਮੁਕਤ ਕਰਨ ਦੀ ਮੰਗ ਲੰਮੇ ਵੇਲੇ ਤੋਂ ਉੱਠ ਰਹੀ ਸੀ, ਜਿਸ ਨੂੰ ਸੇਵਾ ਭੋਜ ਯੋਜਨਾ ਦੇ ਤਹਿਤ ਪੂਰਾ ਕਰ ਦਿੱਤਾ ਗਿਆ ਹੈ। ਇਸੇ ਤੇ ਆਧਾਰਿਤ ਹੈ ਸਾਡੀ ਅੱਜ ਦੀ ਖਾਸ ਪੇਸ਼ਕਸ਼ 70 ਸਾਲ 'ਚ ਪਹਿਲੀ ਵਾਰ ਟੈਕਸ ਫ੍ਰੀ ਲੰਗਰ। ਸਿੱਖਾਂ ਦੀ ਜਿਹੜੀ ਮੰਗ ਆਜ਼ਾਦੀ ਦੇ 70 ਵਰ੍ਹਿਆਂ 'ਚ ਪੂਰੀ ਨਹੀਂ ਹੋਈ, 10 ਸਾਲ ਤੱਕ ਸਿੱਖ ਪ੍ਰਧਾਨ ਮੰਤਰੀ ਦੀ ਸਰਕਾਰ ਵਿੱਚ ਵੀ ਪੂਰੀ ਨਹੀਂ ਹੋਈ, ਉਹ ਮੰਗ ਮੋਦੀ ਸਰਕਾਰ ਨੇ ਆਪਣੀ ਪਿਛਲੀ ਸਰਕਾਰ ਦੇ ਵਿੱਚ ਪੂਰੀ ਕਰ ਦਿੱਤੀ ਸੀ ਤੇ ਦੂਜੀ ਵਾਰ ਸੱਤਾ 'ਚ ਆਉਣ ਤੋਂ ਬਾਅਦ ਇਸ ਮੰਗ ਨੂੰ ਅਮਲੀ ਜਾਮਾ ਵੀ ਪਹਿਨਾ ਦਿੱਤਾ ਗਿਆ। ਅਸੀਂ ਗੱਲ ਕਰ ਰਹੇ ਹਾਂ GST ਮੁਕਤ ਲੰਗਰ ਦੀ, ਜਿਸ ਦੇ ਲਈ ਅਕਾਲੀ ਦਲ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ। 70 ਸਾਲ 'ਚ ਪਹਿਲੀ ਵਾਰ ਮੋਦੀ ਸਰਕਾਰ ਨੇ ਕੀਤਾ ਇਹ ਉਪਰਾਲਾ। ਲੰਗਰ ਨੂੰ GST ਮੁਕਤ ਕਰਨ ਦਾ ਸਿੱਖਾਂ ਨਾਲ ਕੀਤਾ ਨਿਭਾਇਆ ਵਾਅਦਾ। ਜਿਹਾਂ ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ 'ਚ ਵਰਤਾਏ ਜਾਂਦੇ ਲੰਗਰ ਦੀ ਸਮੱਗਰੀ ਉੱਤੇ ਲੱਗਣ ਵਾਲੇ GST ਨੂੰ ਮਾਫ ਕਰਨ ਦਾ ਆਪਣਾ ਵਾਅਦਾ ਨਿਭਾ ਦਿੱਤਾ ਗਿਆ। ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਧਿਆਨ ਰੱਖਦਿਆਂ ਹੋਇਆਂ ਬੀਤੇ ਸਾਲ ਜੂਨ ਦੇ ਵਿੱਚ ਕੇਂਦਰ ਵੱਲੋਂ ਐਲਾਨ ਕੀਤਾ ਗਿਆ ਸੀ, ਜਿਸ ਨੂੰ ਹੁਣ ਅਮਲੀ ਜਾਮਾ ਪਹਿਨਾ ਦਿੱਤਾ ਗਿਆ। ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਲੁਧਿਆਣਾ ਦੀ GST ਅਥਾਰਟੀ ਨੂੰ 57 ਲੱਖ ਰੁਪਏ GST ਦੀ ਰਾਸ਼ੀ ਰਿਫੰਡ ਕਰ ਦਿੱਤੀ ਗਈ ਹੈ, ਜੋ ਕਿ ਅੱਗੇ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਜਾਏਗੀ। ਇੰਨਾ ਹੀ ਨਹੀਂ, ਅੱਗੇ ਤੋਂ ਇਹ ਰਿਫੰਡ ਹਰ 3 ਮਹੀਨਿਆਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਜਾਰੀ ਕਰ ਦਿੱਤਾ ਜਾਏਗਾ। ਪਰ ਖਾਸ ਗੱਲ ਇਹ ਹੈ ਕਿ 70 ਸਾਲ ਦੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਲੰਗਰ ਉੱਤੇ ਲੱਗਣ ਵਾਲੇ ਟੈਕਸ ਨੂੰ ਕੇਂਦਰ ਸਰਕਾਰ ਵੱਲੋਂ ਮੁਆਫ ਕੀਤਾ ਗਿਆ ਹੋਵੇ। ਦੱਸ ਦਈਏ ਕਿ ਆਜ਼ਾਦੀ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਲਗਾਏ ਜਾਂਦੇ ਟੈਕਸ ਪਹਿਲੀ ਵਾਰ ਰਿਫੰਡ ਹੋਏ ਨੇ, ਜਦੋਂ ਕਿ ਕੇਂਦਰ 'ਚ ਵੱਧ ਸਮਾਂ ਰਹਿਣ ਵਾਲੀ ਕਾਂਗਰਸੀ ਸਰਕਾਰ ਅਤੇ ਉਸੇ ਸਰਕਾਰ ਦੇ ਵਿੱਚ ਮੰਤਰੀ ਤੱਕ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੇ ਹੁੰਦਿਆਂ ਹੋਇਆਂ ਵੀ ਸਿੱਖਾਂ ਦੀ ਇਹ ਮੰਗ ਪੂਰੀ ਨਾ ਹੋ ਸਕੀ ਸੀ। ਹੁਣ ਅਕਾਲੀ ਦਲ ਦੇ ਯਤਨਾਂ ਤੇ ਸੰਬੰਧਿਤ ਕੇਂਦਰੀ ਮੰਤਰੀਆਂ ਨਾਲ ਕੀਤੀਆਂ ਗਈਆਂ ਬੈਠਕਾਂ ਰੰਗ ਲਿਆਈਆਂ ਨੇ। ਅਕਾਲੀ ਦਲ ਵੱਲੋਂ PM ਮੋਦੀ ਤੋਂ ਲੈ ਕੇ ਉਸ ਸਮੇਂ ਦੇ ਗ੍ਰਹਿ ਮੰਤਰੀ ਅਤੇ ਵਿੱਤ ਮੰਤਰੀ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਤੇ ਨਾਲ ਹੀ ਪੰਜਾਬ ਤੋਂ ਬਾਹਰ ਸਥਿਤ ਤਖਤ ਸਾਹਿਬਾਨਾਂ ਦੇ ਲੰਗਰ ਦੀ ਸਮੱਗਰੀ 'ਚ ਸੂਬੇ ਦੇ ਹਿੱਸੇ ਵਾਲੇ GST 'ਚ ਛੋਟ ਲਈ ਮੁੱਖ ਮੰਤਰੀਆਂ ਤੱਕ ਵੀ ਅਕਾਲੀ ਦਲ ਨੇ ਪਹੁੰਚ ਕੀਤੀ। ਜ਼ਾਹਰ ਹੈ ਯਤਨਾਂ ਨੂੰ ਬੂਰ ਪੈਣ ਨਾਲ ਪੂਰੇ ਸਿੱਖ ਜਗਤ ਵਿੱਚ ਖੁਸ਼ੀ ਹੈ ਅਤੇ ਇਸ ਦੇ ਲਈ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕੀਤਾ। GST ਲਾਗੂ ਹੋਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਸਿਰਫ ਹਰਿਮੰਦਰ ਸਾਹਿਬ ਵੱਲੋਂ ਲੰਗਰ ਸਮੱਗਰੀ ਉੱਤੇ 1 ਕਰੋੜ 53 ਲੱਖ ਰੁਪਏ GST ਸ਼੍ਰੋਮਣੀ ਕਮੇਟੀ ਵੱਲੋਂ ਅਦਾ ਕੀਤੀ ਗਈ ਸੀ, ਜਿਸ ਦੇ ਵਿੱਚੋਂ 57 ਲੱਖ ਰੁਪਏ ਦੀ ਪਹਿਲੀ ਕਿਸ਼ਤ ਦੇ ਤੌਰ ਤੇ ਰਿਫੰਡ ਕਰ ਦਿੱਤੇ ਗਏ ਨੇ ਤੇ ਬਾਕੀ ਦੀ ਰਕਮ ਵੀ ਹਰ 3 ਮਹੀਨਿਆਂ ਦੇ ਵਿੱਚ ਰਿਫੰਡ ਕਰ ਦਿੱਤੀ ਜਾਏਗੀ। ਅਜੇ ਇਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਹੁਣ ਤੱਕ ਸਾਡਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ GST ਸੀ ਉਹ ਕੁੱਲ 1 ਕਰੋੜ 53 ਲੱਖ ਦਾ ਸੀ। ਸੋ ਮੈਂ ਸਮਝਦਾ ਕਿ ਬਹੁਤ ਧੰਨਵਾਦੀ ਹਾਂ ਭਾਰਤ ਸਰਕਾਰ ਦਾ, ਜਿਨ੍ਹਾਂ ਨੇ ਆਪਣੀ ਸੇਵਾ ਭੋਜ ਯੋਜਨਾ ਤਹਿਤ ਔਰ ਸਾਡੀ ਜਿਹੜੀ ਪਹਿਲੀ ਕਿਸ਼ਤ ਸੀ ਉਹ 57,45,000 ਰੁਪਏ ਦੀ ਵਾਪਸ ਕੀਤੀ ਹੈ। GST ਲਾਗੂ ਹੋਣ ਤੋਂ ਪਹਿਲਾਂ ਤੱਕ ਲੰਗਰ ਦੀ ਸਮੱਗਰੀ ਨੂੰ ਕਦੇ ਵੀ ਟੈਕਸ ਮੁਕਤ ਨਹੀਂ ਕੀਤਾ ਗਿਆ ਸੀ। ਅਜੇ ਇਹਦੇ ਵਿੱਚ ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਸ਼੍ਰੋਮਣੀ ਕਮੇਟੀ ਨੂੰ ਕਿੰਨੀ ਵੱਡੀ ਰਾਹਤ ਮਿਲੀ ਹੈ, ਇਸ ਉੱਤੇ ਟੈਕਸ ਮਾਹਰ ਕੀ ਕਹਿੰਦੇ ਨੇ, ਇਹ ਵੀ ਤੁਹਾਨੂੰ ਸੁਣਾਉਂਦੇ ਆ। ਜਿਹੜਾ ਬਿੱਲ SGPC ਨੇ ਰੇਸ ਕੀਤਾ ਹੈਗਾ ਉਹ ਤਾਂ ਡਿਟੇਲ ਸਰਕਾਰ ਕੋਲ ਹੋਣਗੀ ਕਿ ਉਹਦੇ 'ਚ ਕੀ ਚੀਜ਼ ਐਕਸੈਪਟ ਹੁੰਦੀ ਹੈ, ਕੀ ਚੀਜ਼ ਐਕਸੈਪਟ ਨਹੀਂ ਹੁੰਦੀਆਂ, ਕਿਹੜੀਆਂ ਆਈਟਮ ਉਹ ਮੰਨਦੇ ਨੇ ਕਿ ਹਾਂ ਉਹ ਰॉ ਮਟੀਰੀਅਲ ਹੈਗਾ, ਕਿਉਂਕਿ ਉਹਨਾਂ ਨੇ ਸਪੈਸੀਫਾਈ ਕੀਤਾ ਹੈ ਰॉ ਮਟੀਰੀਅਲ ਜਿਹੜਾ ਇਨਗਰੀਡੀਐਂਟ ਯੂਜ਼ ਹੁੰਦਾ ਲੰਗਰ ਲਈ ਅਸੀਂ ਉਹ ਚੀਜ਼ ਨੂੰ ਕਰਾਂਗੇ। ਹੋ ਸਕਦਾ ਉਹਦੇ 'ਚ ਹੁਣ ਸਾਰਾ ਐਕਸੈਪਟ ਹੋਏ ਜਾਂ ਪਾਰਸ਼ਲੀ ਐਕਸੈਪਟ ਹੋਏ ਔਰ 1-2 ਕੁਆਟਰ 'ਚ ਜਦੋਂ ਰਿਫੰਡ ਆਉਣਾ ਸ਼ੁਰੂ ਹੋ ਜਾਏਗਾ ਇੱਕ ਕਲੈਰਿਟੀ ਵੀ ਆ ਜਾਏਗੀ। ਸਰਕਾਰ ਨੇ ਇੱਕ ਅੱਛੀ ਚੀਜ਼ ਇਹ ਕੀਤੀ ਸੀ, ਪਹਿਲਾਂ ਇਹ ਮੰਗ ਰੱਖੀ ਗਈ ਸੀ ਕਿ ਲੰਗਰ ਵਾਲੀ ਇੰਸਟੀਟਿਊਸ਼ਨ ਦੇ ਉੱਤੇ IGST, CGST ਐਂਡ ਸਟੇਟ ਦਾ ਜਿਹੜਾ ਹੁੰਦਾ ਹੈਗਾ ਉਹ ਲਗਾਇਆ ਹੀ ਨਾ ਜਾਏ, ਪਰ ਸਰਕਾਰ ਨੇ ਕਿਹਾ ਸੀ ਅਸੀਂ ਟੈਕਸਸ ਸਾਰੇ ਨਾਰਮਲ ਲਾਵਾਂਗੇ ਲੇਕਿਨ ਰਿਫੰਡ ਕਰ ਦੇਵਾਂਗੇ, ਉਹ ਜ਼ਿਆਦਾ ਕਲੀਨ ਪ੍ਰੋਸੈਸ ਹੈਗਾ। ਪੂਰੇ ਦੇਸ਼ ਦੇ ਵਿੱਚ GST ਲਾਗੂ ਹੋਣ ਤੋਂ ਬਾਅਦ ਧਾਰਮਿਕ ਅਸਥਾਨਾਂ ਤੇ ਵਰਤਾਏ ਜਾਂਦੇ ਲੰਗਰ ਨੂੰ GST ਮੁਕਤ ਕਰਨ ਦੀ ਮੰਗ ਉੱਠ ਰਹੀ ਸੀ, ਜਿਸ ਨੂੰ ਮੰਨਦਿਆਂ ਹੋਇਆਂ ਕੇਂਦਰ ਸਰਕਾਰ ਵੱਲੋਂ
ਸੇਵਾ ਭੋਜ ਯੋਜਨਾ ਲਿਆਂਦੀ ਗਈ। ਕੇਂਦਰ ਸਰਕਾਰ ਨੇ ਐਲਾਨ ਕੀਤਾ ਕਿ ਹਰ ਧਾਰਮਿਕ ਸਥਾਨ ਤੇ ਵਰਤਾਏ ਜਾਂਦੇ ਲੰਗਰ ਉੱਤੇ ਲੱਗਣ ਵਾਲਾ GST ਕੇਂਦਰ ਸਰਕਾਰ ਅਦਾ ਕਰੇਗੀ ਤੇ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਆਪਣਾ ਵਾਅਦਾ ਨਿਭਾ ਵੀ ਦਿੱਤਾ ਗਿਆ ਤੇ ਹੁਣ ਮੰਗ ਪੰਜਾਬ ਸਰਕਾਰ ਤੋਂ ਹੈ ਕਿ GST ਦੇ ਵਿੱਚ ਸੂਬਾ ਸਰਕਾਰ ਦੇ ਹਿੱਸੇ ਨੂੰ ਵੀ ਮੁਆਫ ਕੀਤਾ ਜਾਵੇ। ਬਿਊਰੋ ਰਿਪੋਰਟ PTC ਨਿਊਜ਼। ਲੰਗਰ ਤੇ ਟੈਕਸ ਮੁਆਫ ਹੋਣ ਨਾਲ ਸ਼੍ਰੋਮਣੀ ਕਮੇਟੀ ਨੂੰ ਹੋਣ ਵਾਲੀ ਬਚਤ ਸੇਵਾ ਦੇ ਹੋਰ ਕਾਰਜਾਂ ਵਿੱਚ ਇਸਤੇਮਾਲ ਕੀਤੀ ਜਾ ਸਕੇਗੀ। ਅਜਿਹੇ 'ਚ ਸ਼੍ਰੋਮਣੀ ਕਮੇਟੀ ਕੇਂਦਰ ਸਰਕਾਰ ਦਾ ਧੰਨਵਾਦ ਕਰ ਰਹੀ ਹੈ। ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਇਸ ਮੁੱਦੇ ਤੇ ਗੱਲ ਕੀਤੀ ਹੈ ਸਾਡੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਨੇ। ਭਾਰਤ ਸਰਕਾਰ ਦੁਆਰਾ ਲੰਗਰ ਰਸਦ ਨੂੰ GST ਤੋਂ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਦੇ ਤਹਿਤ ਲੰਗਰ ਰਸਦ ਤੇ GST ਰਿਫੰਡ ਦੀ 57,45,000 ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ, ਜੋ ਕਿ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ਰਸਦ ਉੱਤੇ ਭਰੀ ਗਈ ਸੀ, ਅਦਾ ਕੀਤੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਡੇ ਨਾਲ ਨੇ, ਉਹਨਾਂ ਤੋਂ ਜ਼ਰੂਰ ਜਾਣਨਾ ਚਾਹਾਂਗੇ ਕਿ ਭਾਰਤ ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ, ਸਿੱਖ ਭਾਵਨਾਵਾਂ ਦਾ ਸਤਿਕਾਰ ਕੀਤਾ, ਕੀ ਕਹਿਣਾ ਚਾਹੋਗੇ? ਸੋ ਭਾਰਤ ਸਰਕਾਰ ਵੱਲੋਂ ਸੇਵਾ ਭੋਜ ਯੋਜਨਾ ਇੱਕ ਜਿਹੜੀ ਤਹਿਤ ਸਕੀਮ ਤਿਆਰ ਕੀਤੀ ਗਈ ਸੀ ਔਰ ਜਿਹਦੇ ਉੱਤੇ GST ਦਾ ਕੋਈ ਵੀ ਧਾਰਮਿਕ ਸਥਾਨਾਂ ਦੇ ਉੱਤੇ ਜਿਹੜਾ ਵੀ GST ਲੱਗੀ ਹੈ ਉਹਨੂੰ ਰਿਫੰਡ ਕਰਨ ਵਾਸਤੇ। ਸੋ ਹੁਣ ਤੱਕ ਸਾਡਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਾ ਜਿਹੜਾ GST ਸੀ ਉਹ ਕੁੱਲ 1,53,00,000 ਦਾ ਸੀ। ਸੋ ਮੈਂ ਸਮਝਦਾ ਕਿ ਬਹੁਤ ਧੰਨਵਾਦੀ ਹਾਂ ਭਾਰਤ ਸਰਕਾਰ ਦਾ, ਜਿਨ੍ਹਾਂ ਨੇ ਆਪਣੀ ਸੇਵਾ ਭੋਜ ਯੋਜਨਾ ਤਹਿਤ ਔਰ ਸਾਡੀ ਜਿਹੜੀ ਪਹਿਲੀ ਕਿਸ਼ਤ ਸੀ ਉਹ 57,45,000 ਰੁਪਏ ਦੀ ਵਾਪਸ ਕੀਤੀ ਹੈ। ਔਰ ਮੈਂ ਧੰਨਵਾਦੀ ਹਾਂ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਜੀ ਦਾ, ਜਿਨ੍ਹਾਂ ਨੇ ਬੜੇ ਯਤਨ ਕੀਤੇ। ਉਹਨਾਂ ਯਤਨਾਂ ਤਹਿਤ ਅੱਜ ਸਾਡਾ ਇਹ ਜਿਹੜਾ ਲੰਗਰ ਤੇ GST ਲੱਗੀ ਸੀ ਉਹਦਾ ਜਿਹੜਾ ਪੈਸਾ ਉਹ ਰਿਫੰਡ ਹੋਇਆ। ਔਰ ਮੈਂ ਭਾਰਤ ਸਰਕਾਰ ਤੋਂ ਮੰਗ ਵੀ ਕਰਦਾ ਔਰ ਜਿਹੜੇ ਵੀ ਸਾਡੇ ਹੋਰ ਤਖਤ ਸਾਹਿਬਾਨ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਸਰੇ ਗੁਰਦੁਆਰਾ ਸਾਹਿਬਾਨ ਨੇ ਜੋ ਲੰਗਰਾਂ ਦੇ ਉੱਤੇ GST ਲੱਗਦੀ ਹੈ, ਸੋ ਉਹ ਵੀ ਸਾਡੀ ਮੰਗ ਹੈ ਕਿ ਉਹਨਾਂ ਦੇ ਉੱਤੇ ਵੀ GST ਜਿਹੜੀ ਹੈ ਉਹ ਮਾਫ ਕੀਤੀ ਜਾਵੇ, ਰਿਫੰਡ ਕੀਤਾ ਜਾਵੇ। ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਸਾਡਾ ਬਾਕੀ ਵੀ ਪੈਸਾ ਬਚਦਾ ਹੈ ਉਹ ਕਿਸ਼ਤਾਂ ਤਹਿਤ ਛੇਤੀ ਰਿਫੰਡ ਹੋਵੇਗਾ। ਪ੍ਰਧਾਨ ਜੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ NDA ਸਰਕਾਰ ਵੱਲੋਂ ਸਾਲ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਤੇ ਉਦੋਂ ਕਿਤੇ ਨਾ ਕਿਤੇ ਸ਼ੰਕਾ ਵੀ ਸੀ ਕਿ ਇਸ ਵਾਅਦੇ ਦੀ ਪੂਰਤੀ ਹੋਊਗੀ ਕਿ ਨਹੀਂ, ਪਰ ਸਰਕਾਰ ਬੰਦੇ ਹੀ ਸਭ ਤੋਂ ਪਹਿਲਾਂ ਜੋ ਉਸ ਵਾਅਦੇ ਨੂੰ ਅਮਲੀ ਜਾਮਾ ਪਹਿਨਾਇਆ ਗਿਆ ਹੈ, ਇਸ ਬਾਰੇ ਕੀ? ਮੈਂ ਸਮਝਦਾ ਕਿ ਸ੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਹੈ ਉਹਦੇ ਵਿੱਚ ਪਹਿਲਾਂ ਵੀ ਅਸੀਂ ਕਾਫੀ ਵਾਰ ਮੰਗ ਕੀਤੀ ਸੀ, ਡੈਲੀਗੇਸ਼ਨ ਤੌਰ ਤੇ ਮੈਂ ਵੀ ਗਿਆ। ਬੀਬੀ ਹਰਸਿਮਰਤ ਕੌਰ, ਸਾਡੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਮੰਗ ਕੀਤੀ ਸੀ। ਉਹਨਾਂ ਦੇ ਯਤਨਾਂ ਸਦਕਾ ਜਾਂ ਉਹ ਸਾਡੀ ਮੰਗ ਤਹਿਤ ਹੀ ਅੱਜ ਜਿਹੜਾ ਇਹ ਪੈਸਾ ਰਿਫੰਡ ਹੋਇਆ। ਸਤਿਗੁਰੂ ਮਹਾਰਾਜ ਕਿਰਪਾ ਕਰਨ ਕਿ ਆਉਣ ਵਾਲੇ ਸਮੇਂ 'ਚ ਬਾਕੀ ਵੀ ਜਿਹੜਾ ਪੈਸਾ ਲੰਗਰਾਂ ਤੇ GST ਦਾ ਲੱਗਦਾ ਉਹ ਰਿਫੰਡ ਕੀਤਾ ਜਾਵੇ। ਇਹ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਨੇ GST ਰਿਫੰਡ ਦੇ ਲਈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ, ਉੱਥੇ ਅਣਥੱਕ ਯਤਨਾਂ ਦੇ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੀ ਸ਼ੁਕਰਗੁਜ਼ਾਰ ਨੇ ਔਰ ਨਾਲ ਹੀ ਇਹਨਾਂ ਮੰਗ ਕੀਤੀ ਹੈ ਕਿ ਬਾਕੀ ਤਖਤ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨ ਨੂੰ ਵੀ ਜੋ ਹੈ GST ਮੁਕਤ ਕੀਤਾ ਜਾਵੇ, ਤਾਂ ਕਿ ਗੁਰੂ ਘਰ ਦਾ ਜਿਹੜਾ ਪੈਸਾ ਹੈ ਉਹ GST 'ਚ ਭਰਨ ਦੀ ਬਜਾਏ ਕਲਿਆਣਕਾਰੀ ਕੰਮਾਂ 'ਚ ਲਾਇਆ ਜਾ ਸਕੇ। ਕੈਮਰਾ ਪਰਸਨ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ, PTC ਨਿਊਜ਼, ਅੰਮ੍ਰਿਤਸਰ। ਸ਼੍ਰੋਮਣੀ ਕਮੇਟੀ ਹੀ ਨਹੀਂ ਸਗੋਂ ਪੂਰੇ ਸਿੱਖ ਜਗਤ ਵਿੱਚ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਖੁਸ਼ੀ ਜਤਾਈ ਜਾ ਰਹੀ ਹੈ। ਸ਼੍ਰੀ ਦਰਬਾਰ ਸਾਹਿਬ 'ਚ ਆਈ ਸੰਗਤ ਇਸ ਬਾਰੇ ਕੀ ਕਹਿ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। ਭਾਰਤ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਗੁਰੂ ਘਰ ਦੇ ਲੰਗਰ ਦੇ ਲਈ ਇਸਤੇਮਾਲ ਕੀਤੀ ਜਾਣ ਵਾਲੀ ਸਮੱਗਰੀ ਨੂੰ GST ਮੁਕਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਔਰ ਇਸ ਦੇ ਤਹਿਤ ਸੇਵਾ ਭੋਜ ਯੋਜਨਾ ਜਿਹੜੀ ਹੈ ਉਹ ਆਰੰਭ ਕੀਤੀ ਗਈ ਸੀ। ਔਰ ਹੁਣ ਸਰਕਾਰ ਬਣਨ ਤੋਂ ਕੁਝ ਦਿਨਾਂ ਬਾਅਦ ਹੀ ਭਾਰਤ ਸਰਕਾਰ ਵੱਲੋਂ ਆਪਣੇ ਇਸ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਲਈ ਅਦਾ ਕੀਤੀ ਗਈ GST ਨੂੰ ਰਿਫੰਡ ਕਰਨਾ ਆਰੰਭ ਕਰ ਦਿੱਤਾ ਗਿਆ, ਜਿਸ ਦੇ ਤਹਿਤ 57,45,000 ਰੁਪਏ ਦੀ ਪਹਿਲੀ ਕਿਸ਼ਤ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਭੇਜ ਦਿੱਤੀ ਗਈ ਹੈ। ਸਾਡੇ ਨਾਲ ਮੌਜੂਦ ਨੇ ਸੰਗਤਾਂ ਜੋ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਸਨ। ਉਹਨਾਂ ਤੋਂ ਜਾਣਨਾ ਚਾਹਾਂਗੇ ਕਿ ਸਰਕਾਰ ਦੇ इस उपराले बारे उन्होंने की कहना है। सर आपका क्या नाम है, कहाँ से है? मैं विवेक शिला आहूजा हूँ, मैं चेन्नई से आया हूँ। तो बहुत खुशी है वीर जी कि आज जी सरकार ने माफ़ किया है। बहुत ही बढ़िया हुआ है। यहाँ पर आकर के कोई भेदभाव नहीं होता है, कोई गरीब नहीं अमीर नहीं, सबके लिए एक समान सेवा हो रही है यहाँ पर। तो बहुत ही अच्छा कदम उठाया है मोदी जी ने। ਭਾਰਤ ਸਰਕਾਰ ਨੇ ਬਹੁਤ ਵਧੀਆ ਇਹ ਕਦਮ ਚੁੱਕਿਆ
ਉਹਨਾਂ ਨੇ ਪਹਿਲੀ ਕਿਸ਼ਤ ਜੋ ਵਾ ਸਾਨੂੰ GST ਜੋ ਲੰਗਰ ਤੇ ਲੱਗੀ ਸੀ ਜੋ ਅਸੀਂ ਪੇ ਕਰ ਰਹੇ ਸਾਂ ਉਹ ਵਾਪਸ ਕਰ ਦਿੱਤੀ ਆ। मैं उन्होंने इस कदम की शलाघा करता है। बहुत अच्छा काम है नरेंद्र मोदी जी का, बहुत अच्छा। जहाँ इतना बड़ा गुरु महाराज का दरबार है, जहाँ लाखों भक्त आ रहे हैं और 24 घंटे गुरु महाराज की कृपा बरस रही है, वहाँ GST का क्या मतलब है? वहाँ तो महाराज की कृपा चल रही है। नरेंद्र मोदी जी पे भी कृपा हो, हिंदुस्तान पे कृपा हो, हमारे मुल्क पे कृपा हो, हम आगे बढ़ें। मैं प्रदीप सिंह फतेहगढ़ साहब जिला मेरा, तो बहुत ही वधिया इस शलाघा जो कदम है सरकार का, जिन्होंने श्री गुरु रामदास जी ਗੁਰਦੁਆਰਾ ਸਾਹਿਬ ਦੇ ਵਿੱਚ ਇਹ ਇਤਿਹਾਸਕ ਫੈਸਲਾ ਕੀਤਾ ਹੈ। ਅਸੀਂ ਇਹਨਾਂ ਦਾ ਸਾਰੀ ਸਿੱਖ ਕੌਮ ਦਿਲੋਂ ਧੰਨਵਾਦ ਕਰਦੇ ਹਾਂ। मैं गुरमीत सिंह रडियाला बिलासपुर छत्तीसगढ़ तो आया है। ये बहुत अच्छा किया जो मोदी साहब ने किया है GST रिफंड करके उन्होंने, और मैंने इस चीज़ की बहुत खुशी। मैं स्पेशली दर्शन करना आज इन्नी संगत वेख के भी मैंने बड़ी खुशी हुई। लास्ट टाइम भी आया इन्नी संगत नहीं थी, लेकिन ऐसी बहुत ही आनंद आया है। ये गुरु महाराज की कृपा है जो साढ़े सिखा के नाल चारों पासे साਡਾ नाम रोशन हो रहा है। ਜਿਹੜਾ ਅੱਜ ਫੈਸਲਾ ਹੋਇਆ GST ਵਾਪਸ ਕਰਨ ਦਾ ਬਹੁਤ ਸ਼ਲਾਘਾਯੋਗ ਹੈ। ਇਸ ਦੇ ਲਈ ਸਾਰੇ ਵਧਾਈ ਦੇ ਪਾਤਰ ਨੇ, ਕਿਉਂਕਿ ਇਹ ਗੁਰੂ ਰਾਮਦਾਸ ਦਾ ਲੰਗਰ ਹੈ, ਪਰਮਾਤਮਾ ਦਾ ਲੰਗਰ ਹੈ ਤੇ ਪਰਮਾਤਮਾ ਦੀ ਪੂਰੀ ਕਿਰਪਾ ਹੈ। ਤੇ ਸਾਨੂੰ ਜਦੋਂ ਤੋਂ ਲੱਗਾ ਸੀ ਉਦੋਂ ਤੋਂ ਆਸ ਸੀਗਾ ਕਿ ਕੁਛ ਨਾ ਕੁਛ ਪਰਮਾਤਮਾ ਜ਼ਰੂਰ ਅੱਛਾ ਕਰਨਗੇ। ਸਾਰੀ ਸੰਗਤਾਂ ਦੇ ਬਹੁਤ ਵਧਾਈ ਦੇ ਪਾਤਰ ਨੇ। ਬਹੁਤ ਬਹੁਤ ਧੰਨਵਾਦ। ਇਹਨਾਂ ਸੰਗਤਾਂ ਜੋ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਇੱਥੇ ਆਈਆਂ ਨੇ ਔਰ ਭਾਰਤ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰ ਰਹੇ ਨੇ ਕਿ ਗੁਰੂ ਕੀ ਗੋਲਕ ਤੋਂ ਫालतू ਬਹੁਤ ਜਿਹੜਾ ਘਟਿਆ ਹੈ ਔਰ ਆਸ ਪ੍ਰਗਟਾਈ ਜਾ ਰਹੀ ਹੈ कि ये छोड़ जी है सेवा भोज योजना तहत इस तरह जारी रहेगी। तो जो हम तक GST पे किया रहे और लगातार जो है इस तरह रिफंड होता रहेगा। कैमरा पर्सन अवतार सिंह दे नाल मनिंदर सिंह मोंगा, BTC न्यूज़ अमृतसर। खबर खास अदे वक्त है एक ब्रेक दा। ब्रेक तो बाद भी जारी है साडी एक खास पेशकश। ਲੰਗਰ ਨੂੰ GST ਮੁਕਤ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਅਜਿਹੇ ਵਿੱਚ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਇਸ ਨੂੰ ਲੈ ਕੇ ਕੀ ਪ੍ਰਤੀਕਿਰਿਆ ਜਾਣਿਆ ਸਾਡੇ ਸਹਿਯੋਗੀ ਬਲਜੀਤ ਸਿੰਘ ਚਾਨਾ ਨੇ। ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ ਦੇ ਵਿੱਚ ਚੱਲਦੇ ਲੰਗਰਾਂ ਦੇ ਵਿੱਚ ਜਿਹੜੀ ਰਸਤ ਦੇ ਉੱਪਰ GST ਲੱਗਦੀ ਸੀ, ਉਸ GST ਦੀ ਰਿਫੰਡ ਦੀ ਪਹਿਲੀ ਕਿਸ਼ਤ ਜਿਹੜੀ ਉਹ ਵਾਪਸ ਕਰ ਦਿੱਤੀ ਗਈ। ਇੱਕ ਵੱਡਾ ਉਪਰਾਲਾ ਕੇਂਦਰ ਸਰਕਾਰ ਵੱਲੋਂ ਗੁਰੂ ਘਰਾਂ ਦੇ ਲੰਗਰਾਂ ਨੂੰ ਚਲਾਉਣ ਦੇ ਲਈ ਕੀਤਾ ਗਿਆ ਹੈ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਬੀਬਾ ਹਰਸਿਮਰਤ ਕੌਰ ਬਾਦਲ ਦੀ, ਉਹਨਾਂ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਗੁਰੂ ਘਰਾਂ ਦੇ ਵਿੱਚ ਲੱਗਦੇ ਲੰਗਰਾਂ ਨੂੰ GST ਤੋਂ ਰਾਹਤ ਦਿੱਤੀ ਜਾਵੇ। ਰਾਹਤ ਜਿਹੜੀ ਮਿਲ ਚੁੱਕੀ ਹੈ। ਇਸ ਸਮੇਂ ਅਸੀਂ ਖੜੇ ਹਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਹਾਲ ਵਿਖੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਲੰਗਰ ਛਕ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿਵੇਂ ਪੰਕਤਾਂ ਦੇ ਵਿੱਚ ਬੈਠ ਕੇ ਲੋਕ ਲੰਗਰ ਦਾ ਆਨੰਦ ਮਾਣ ਰਹੇ ਨੇ। ਖਾਸ ਤੌਰ ਤੇ ਸਾਡੇ ਨਾਲ ਕੁਝ ਨੌਜਵਾਨ ਜਿਹੜੇ ਇੱਥੇ ਸੇਵਾਦਾਰ ਨੇ ਉਹ ਵੀ ਮੌਜੂਦ ਨੇ। ਉਹਨਾਂ ਨਾਲ ਵੀ ਗੱਲ ਤੁਹਾਡੀ ਕਰਵਾਉਂਦੇ ਹਾਂ ਕਿਸ ਤਰ੍ਹਾਂ ਦਾ ਜਿਹੜਾ ਇਹ ਮੋਦੀ ਸਰਕਾਰ ਵੱਲੋਂ ਜਿਹੜੀ ਲੰਗਤਾਂ ਨੂੰ ਰਾਹਤ ਦਿੱਤੀ ਗਈ। ਜੀ ਭਾਈ ਸਾਹਿਬ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸੰਦੀਪ ਸਿੰਘ ਹੈ ਜੀ। GST ਤੋਂ ਜਿਹੜੀ ਰਾਹਤ ਦਿੱਤੀ ਗਈ ਜੀ, ਪਹਿਲੀ ਰਿਫੰਡ ਦੀ ਕਿਸ਼ਤ ਵਾਪਸ ਕਰ ਦਿੱਤੀ ਗਈ ਮੋਦੀ ਸਰਕਾਰ ਵੱਲੋਂ, ਕੀ ਕਹਿਣਾ ਚਾਹੋਗੇ? ਇਹ ਮੋਦੀ ਸਾਹਿਬ ਦਾ ਇੱਕ ਬਹੁਤ ਵਧੀਆ ਫੈਸਲਾ ਇਹ। ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਜਿਨ੍ਹਾਂ ਨੇ ਯਤਨ ਕੀਤੇ ਸੀ ਕਿ ਗੁਰੂ ਘਰ ਨੂੰ GST ਤੋਂ ਛੋਟ ਦੇਣੀ ਚਾਹੀਦੀ ਹੈ, ਉਹਨਾਂ ਦੀ ਗੱਲ ਨੂੰ ਮੰਨਦਿਆਂ ਹੋਇਆਂ, ਸਿੱਖ ਸੰਗਤ ਦੀ ਜਿਹੜੀ ਭਾਵਨਾ ਹੈ ਉਹਨਾਂ ਨੂੰ ਮੰਨਦਿਆਂ ਹੋਇਆਂ ਮੋਦੀ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਹੈ, ਸਿੱਖ ਸੰਗਤ 'ਚ ਖੁਸ਼ੀ ਦੀ ਲਹਿਰ ਹੈ। ਸਾਡੇ ਨਾਲ ਕੁਝ ਹੋਰ ਵਿਅਕਤੀ ਵੀ ਮੌਜੂਦ ਨੇ, ਆਓ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਸਾਹਿਬ ਜੀ, ਕੀ ਨਾਮ ਹੈ ਤੁਹਾਡਾ, ਕਿੱਥੋਂ ਆਏ ਹੋ ਜੀ? ਮੇਜਰ ਸਿੰਘ ਜੀ, ਅਸੀਂ ਪਟਿਆਲੇ ਤੋਂ ਆਏ ਹਾਂ ਜੀ। GST ਜਿਹੜਾ ਰਿਫੰਡ ਕੀਤਾ ਜੀ ਸੈਂਟਰ ਸਰਕਾਰ ਨੇ, ਕਿਸ ਤਰ੍ਹਾਂ ਤੁਹਾਨੂੰ ਲੱਗਦਾ ਜੀ ਇਹਦੇ ਬਾਰੇ ਕੀ ਸੋਚਦੇ ਹੋ? ਹਾਂਜੀ, ਇਹ ਬਹੁਤ ਹੀ ਵਧੀਆ ਉਪਰਾਲਾ ਹੈ ਮੋਦੀ ਸਾਹਿਬ ਦਾ, ਜੋ ਬਾਦਲ ਸਾਹਿਬ ਦੀ ਸੋਚ ਦੇ ਸਦਕਾ ਜਿਹੜਾ ਹੋਇਆ। ਗੁਰੂ ਘਰ ਆ ਕੇ ਦੇਖੋ ਸੰਗਤਾਂ ਲੰਗਰ ਛਕ ਰਹੀਆਂ ਨੇ ਜੀ, ਬਹੁਤ ਦਸਵੰਧ ਕੱਢਦੇ ਨੇ ਲੋਕ ਇਸ ਵਾਸਤੇ। ਸੋ ਹਰ ਪਾਸਿਓਂ ਜਿਹੜੀ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ। ਸੇਵਾਦਾਰ ਸਾਡੇ ਨਾਲ ਨੇ, ਦਾਲ ਇੱਥੇ ਲੰਗਰ ਵਰਤਾ ਰਹੇ ਨੇ, ਉਹਨਾਂ ਨਾਲ ਵੀ ਗੱਲ ਕਰਦੇ ਹਾਂ। ਭਾਈ ਸਾਹਿਬ ਜੀ, GST ਤੋਂ ਜਿਹੜੀ ਛੋਟ ਦਿੱਤੀ ਗਈ, ਕੀ ਸਮਝਦੇ ਹੋ ਇਹਦੇ ਬਾਰੇ? ਅਸੀਂ ਬਹੁਤ ਵਧੀਆ ਸਮਝਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ ਮੋਦੀ ਸਰਕਾਰ ਨੂੰ? ਬਹੁਤ ਵਧੀਆ ਕੀਤਾ ਗਿਆ ਜੀ, ਜਿਹੜੀ ਲੰਗਰ ਤੋਂ ਛੋਟ ਮਿਲੀ ਹੈ ਜੀ, ਕਿ ਉੱਥੇ ਗਰੀਬ ਲੋਕ ਆਉਂਦੇ, ਸੰਗਤ ਆਉਂਦੇ, ਗੁਰੂ ਘਰ ਆਉਂਦੇ, ਦਰਸ਼ਨ ਕਰਦੇ ਆ ਜੀ, ਲੰਗਰ ਛਕਦੇ, ਬਹੁਤ ਵਧੀਆ। ਅਸੀਂ ਬਹੁਤ ਖੁਸ਼ ਹਾਂ ਜੀ ਹਰਸਿਮਰਤ ਕੌਰ। ਸੋ ਹਰ ਪਾਸਿਓਂ ਜਿਹੜੇ ਸ਼ਲਾਘਾ ਕੀਤੀ ਜਾ ਰਹੀ ਹੈ ਇਸ ਉਪਰਾਲੇ ਦੀ, ਇਸ ਫੈਸਲੇ ਦੀ। ਇੱਕ ਹੋਰ ਨੌਜਵਾਨ ਗੱਲ ਕਰਨਾ ਚਾਹੁੰਦੇ ਨੇ, ਕੀ ਨਾਮ ਹੈ ਜੀ ਤੁਹਾਡਾ? ਜਸਪ੍ਰੀਤ ਸਿੰਘ ਜੀ। ਭਾਈ ਸਾਹਿਬ ਜੀ, ਕਿਹੜੀ ਜਗ੍ਹਾ ਦੇ ਰਹਿਣ ਵਾਲੇ ਹੋ? ਕੀ ਕਹੋਗੇ ਜੀ ਇਸ ਪੂਰੇ ਫੈਸਲੇ ਦੇ ਬਾਰੇ? ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਹੈ ਜੀ ਇਹ, ਤੇ ਸੰਗਤਾਂ ਦੇ ਦਸਾਂਝ ਦਾ ਲੰਗਰ ਚੱਲਦਾ, ਫ੍ਰੀ ਸੰਗਤਾਂ ਵੱਲੋਂ ਚੱਲਦਾ ਇਹ। ਇਹਦੇ ਵਿੱਚ ਕੋਈ GST ਨਹੀਂ ਹੋਣੀ ਚਾਹੀਦੀ, ਸੰਗਤਾਂ ਤੇ ਚੱਲਦਾ ਹੋਣਾ ਚਾਹੀਦਾ ਹੈ। ਸੋ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਸੰਗਤਾਂ ਜਿਹੜੀਆਂ ਉਹ ਇਸ ਫੈਸਲੇ ਦੀ ਸ਼ਲਾਘਾ ਕਰ ਰਹੀਆਂ ਨੇ। ਗੁਰੂ ਘਰ ਜਿੱਥੇ ਲੋਕ ਨਤਮਸਤਕ ਹੁੰਦੇ ਨੇ, ਕੋਈ 10 ਰੁਪਏ, ਕੋਈ 5 ਰੁਪਏ ਚੜਾਉਂਦਾ ਹੈ। ਲੰਗਰ ਜਿਹੜੇ ਗੁਰੂ ਘਰ 24 ਘੰਟੇ ਚੱਲਦੇ ਨੇ। ਐਸੇ ਦੇ ਵਿੱਚ ਇਹ ਫੈਸਲਾ ਜਿਹੜਾ ਆਪਣੇ ਆਪ ਦੇ ਵਿੱਚ ਸ਼ਲਾਘਾਯੋਗ ਕਦਮ ਦੱਸਿਆ ਜਾ ਰਿਹਾ ਹੈ। ਕੈਮਰਾਮੈਨ ਮਨਪ੍ਰੀਤ ਦੇ ਨਾਲ
ਬਲਜੀਤ ਸਿੰਘ, PTC ਨਿਊਜ਼, ਸ਼੍ਰੀ ਆਨੰਦਪੁਰ ਸਾਹਿਬ। ਲੰਗਰ ਨੂੰ ਟੈਕਸ ਮੁਕਤ ਕਰਾਉਣ ਦੇ ਲਈ ਅਕਾਲੀ ਦਲ ਵੱਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। PM ਮੋਦੀ ਤੋਂ ਲੈ ਕੇ ਅਰੁਣ ਜੇਟਲੀ ਤੱਕ ਮੁਲਾਕਾਤਾਂ ਹੋਈਆਂ ਤੇ ਆਖਰਕਾਰ ਇਹਨਾਂ ਕੋਸ਼ਿਸ਼ਾਂ ਨੂੰ ਬੂਰ ਪਿਆ। ਇਸ ਤੇ ਅਕਾਲੀ ਦਲ ਦੇ ਸਾਬਕਾ ਸਾਂਸਦ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨਾਲ ਗੱਲ ਕੀਤੀ ਹੈ ਸਾਡੇ ਸਹਿਯੋਗੀ ਨਵੀਨ ਸੇਠੀ ਨੇ। ਕੇਂਦਰ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਜਿਸ ਦੇ ਤਹਿਤ ਲੰਗਰ ਦੀ ਰਸੀਦ ਤੇ ਜਿਹੜਾ GST ਲੱਗਦਾ ਹੈ ਨਾ ਕੇਵਲ ਉਸ ਨੂੰ ਮਾਫ ਕੀਤਾ ਗਿਆ ਬਲਕਿ ਜਿਹੜੀ ਬਕਾਇਆ ਵੀ ਬਚਦਾ ਸੀ ਉਸ ਦੀ ਪਹਿਲੀ ਕਿਸ਼ਤ ਵੀ ਜਾਰੀ ਕਰ ਦਿੱਤੀ ਗਈ। ਸਾਡੇ ਨਾਲ ਗੱਲਬਾਤ ਕਰਨ ਵਾਸਤੇ ਸਾਬਕਾ MP ਹਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ, ਫੈਸਲੇ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਅੱਜ ਮੋਦੀ ਸਾਹਿਬ ਦੀ ਸਰਕਾਰ ਨੇ ਜਿਹੜਾ ਦਰਬਾਰ ਸਾਹਿਬ ਦੇ ਲੰਗਰ ਦੀ ਜਿਹੜੀ ਰਸਤੇ GST ਦੀ ਰੀਇੰਬਰਸਮੈਂਟ ਕੀਤੀ ਆ ਉਹਦਾ ਅਸੀਂ ਸਵਾਗਤ ਕਰਦੇ ਹਾਂ ਔਰ ਉਹਨਾਂ ਲੋਕਾਂ ਦੇ ਮੂੰਹ ਬੰਦ ਕੀਤੇ ਨੇ ਜਿਹੜੇ ਕਹਿੰਦੇ ਸੀ ਇਹ ਝੂਠਾ ਡਰਾਮਾ, ਇਹ ਵਾਪਸ ਨਹੀਂ ਹੋਣਗੇ ਪੈਸੇ, ਰੀਇੰਬਰਸ ਨਹੀਂ ਹੋਣਗੇ। ਅੱਜ ਉਹਨਾਂ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੋਊਗਾ ਜਿਨ੍ਹਾਂ ਨੇ ਇਸ ਫੈਸਲੇ ਦੀ ਨੁਕਤਾਚੀਨੀ ਕੀਤੀ। ਔਰ ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਔਰ ਇਸ ਫੈਸਲੇ ਦਾ ਸਵਾਗਤ ਵੀ ਕਰਦੇ ਹਾਂ। ਉਹਨਾਂ ਨੇ ਨਾ ਕੇਵਲ ਦਰਬਾਰ ਸਾਹਿਬ ਦੇ ਲੰਗਰ ਦੀ ਬਲਕਿ ਓਵਰਆਲ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਦੇਸ਼ ਦੇ ਵਿੱਚ ਜਿੱਥੇ ਵੀ ਕਿਤੇ ਲੰਗਰ ਦੀ ਪ੍ਰਥਾ ਜਾਂ ਫ੍ਰੀ ਲੰਗਰ ਚੱਲਦਾ ਹੈ ਉੱਥੇ ਸਾਰੀਆਂ ਤੇ GST ਮਾਫ ਕਰਨ ਦਾ ਐਲਾਨ ਕੀਤਾ ਸੀ ਤੇ ਅੱਜ SGPC ਨੂੰ ਉਹ ਰੀਇੰਬਰਸ ਕਰਕੇ ਪੈਸੇ ਉਹ ਮੈਂ ਸਮਝਦਾ ਇਹ ਜਿਹੜੀ ਕਮਿਟਮੈਂਟ ਸੀ, ਫੈਸਲਾ ਸੀ, ਉਹ ਸਿਰੇ ਲਾਇਆ। ਇਹ ਵੀ ਪਹਿਲੀ ਵਾਰੀ ਹੋਇਆ ਕਿਉਂਕਿ ਪਹਿਲਾਂ ਜਿਹੜਾ ਸੇਲ ਟੈਕਸ ਹੁੰਦਾ ਸੀ ਉਹ ਦੇਣਾ ਪੈਂਦਾ ਸੀ। ਵੈਟ ਤਾਂ ਜ਼ਰੂਰ ਮਾਫ ਹੋ ਗਿਆ ਸੀ ਲੇਕਿਨ ਸੇਲ ਟੈਕਸ ਦੇਣਾ ਪੈਂਦਾ ਸੀ। ਸੇਲ ਟੈਕਸ ਜਦੋਂ ਤੋਂ GST ਦੇ ਵਿੱਚ ਆਇਆ ਕਿਉਂਕਿ ਹੁਣ GST ਮਾਫ ਕੀਤੀ ਗਈ ਉਹ ਵੀ ਖਤਮ ਹੋ ਗਿਆ। ਨਹੀਂ, ਅਸਲ ਪਹਿਲਾਂ ਵਿੱਚ ਪਹਿਲਾਂ ਸੇਲ ਟੈਕਸ ਸੀ, ਫਿਰ ਸੇਲ ਟੈਕਸ ਨੂੰ ਵੈਟ ਕਹਿਣ ਲੱਗੇ, ਵੈਟ ਨੂੰ ਹੁਣ GST ਕਹਿਣ ਲੱਗੇ। ਸੇਲ ਟੈਕਸ ਵੀ ਮਾਫ ਸੀ, ਵੈਟ ਵੀ ਮਾਫ ਸੀ ਤੇ ਹੁਣ GST ਵੀ ਮਾਫ ਹੈ। ਅਗਰ ਪੰਜਾਬ ਸਰਕਾਰ ਦੀ ਗੱਲ ਕਰੀਏ ਇਹ ਵੀ ਕਹਿੰਦੀ ਨਜ਼ਰ ਆਉਂਦੀ ਸੀ ਕਿ ਕੇਂਦਰ ਸਰਕਾਰ ਕਰੇ ਪਰ ਹਜੇ ਕੇਂਦਰ ਨੇ ਤਾਂ ਆਪਣਾ ਰੀਫੰਡ ਕਰਤਾ ਪਹਿਲੀ ਕਿਸ਼ਤ, ਪੰਜਾਬ ਸਰਕਾਰ ਦੀ ਹਜੇ ਵੀ ਬਕਾਇਆ। ਦੇਖੋ, ਪੰਜਾਬ ਸਰਕਾਰ ਨੂੰ ਆਪਣੀ ਕਮਿਟਮੈਂਟ ਪੂਰੀ ਕਰਨੀ ਚਾਹੀਦੀ ਆ। ਕੇਂਦਰ ਸਰਕਾਰ ਨੇ ਆਪਣੀ ਕਮਿਟਮੈਂਟ ਪੂਰੀ ਕੀਤੀ ਆ ਤੇ ਪੰਜਾਬ ਸਰਕਾਰ ਨੂੰ ਵੀ ਉਹ ਕਮਿਟਮੈਂਟ ਪੂਰੀ ਕਰਨੀ ਚਾਹੀਦੀ ਆ ਕਿਉਂਕਿ GST ਦੀ ਜਿਹੜੀ ਉਗਰਾਹੀ ਆ, ਕਲੈਕਸ਼ਨ ਆ, ਜਿਹੜਾ ਉਹਦੇ ਵਿੱਚੋਂ ਹਿੱਸਾ ਸੂਬਾ ਸਰਕਾਰ ਨੂੰ ਆਉਂਦਾ ਤੇ ਉਹਦੇ ਵਿੱਚੋਂ ਸੂਬਾ ਸਰਕਾਰ ਨੂੰ ਵੀ ਆਪਣਾ ਹਿੱਸਾ ਜਿਹੜਾ ਹੈ ਉਹ ਰੀਇੰਬਰਸ ਕਰਨਾ ਚਾਹੀਦਾ SGPC ਨੂੰ। ਥੈਂਕ ਯੂ। ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਸਾਡੇ ਨਾਲ ਸੀ ਜੋ ਦੱਸ ਰਹੇ ਸਨ ਕਿ ਜੋ ਫੈਸਲਾ ਲਿੱਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ, ਨਰਿੰਦਰ ਮੋਦੀ ਵੱਲੋਂ ਉਸ ਦੀ ਸ਼ਲਾਘਾ ਕੀਤੀ ਗਈ ਹੈ। ਨਾਲ ਹੀ ਵੀ ਕਿਹਾ ਗਿਆ ਕਿ ਜੋ ਪੰਜਾਬ ਸਰਕਾਰ ਵੱਲੋਂ ਆਪਣੀ ਕਮਿਟਮੈਂਟ ਕੀਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਣਾ ਚਾਹੀਦਾ ਹੈ। ਕੈਮਰਾਮੈਨ ਤੁਲਸੀ ਮਹਿਰਾ ਨਾਲ ਨਵੀਨ ਸੇਠੀ, PTC ਨਿਊਜ਼, ਚੰਡੀਗੜ੍ਹ। ਖਬਰ ਖਾਸ ਅੱਜ ਲਈ ਇੰਨਾ ਹੀ। ਤੁਸੀਂ ਵੇਖਦੇ ਰਹੋ PTC ਨਿਊਜ਼।